ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਵਾਗਤ ਕਰਦੇ ਹਾਂ ਤੁਹਾਡਾ ਵਿਰਸਾ ਚੈਨਲ ਦੇ ਖਾਸ ਪ੍ਰੋਗਰਾਮ ਕੋਰ ਸਪੀਕਸ ਦੇ ਵਿੱਚ, ਜਿਸ ਦੇ ਵਿੱਚ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹੜਾ ਹੈ ਸੰਗਤ ਦੇ ਲਈ ਉਹ ਲੈ ਕੇ ਆਏ ਹਾਂ, ਜਿਹੜਾ ਕਿ ਹੈ ਪੈਰੈਂਟਿੰਗ ਅਤੇ ਚਾਈਲਡ ਕੇਅਰ। ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਸਾਡੇ ਪੇਰੈਂਟਸ ਸਾਡੇ ਬੱਚਿਆਂ ਦੀ ਲਾਈਫ ਦੇ ਵਿੱਚ, ਅਤੇ ਅਸੀਂ ਉਸ ਟੌਪਿਕ ਨੂੰ ਡਿਸਕਸ ਕਰਾਂਗੇ ਸਾਡੇ ਭੈਣ ਜੀ ਚਿੰਤਨ ਕੌਰ ਜੀ ਦੇ ਨਾਲ, ਜਿਹੜੇ ਕਿ ਇੱਕ ਚਾਈਲਡ ਕੇਅਰ ਐਕਟਿਵਿਸਟ ਰਹੇ ਨੇ, ਅਤੇ ਉਹ ਸਾਨੂੰ ਇਸ ਚੀਜ਼ ਦੇ ਬਾਰੇ ਦੱਸਣਗੇ ਕਿ ਉਹਨਾਂ ਦੇ ਪੁਆਇੰਟ ਆਫ ਵਿਊ ਕੀ ਨੇ ਇੱਕ ਬੱਚੇ ਦੀ ਕੇਅਰ ਨੂੰ ਲੈ ਕੇ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਬਹੁਤ ਜ਼ਿਆਦਾ ਪਿਆਰ ਦੇਵੋਗੇ। ਅਤੇ ਹੁਣ ਸਵਾਗਤ ਕਰਦੇ ਹਾਂ ਸਾਡੀ ਭੈਣ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਤੇ ਆਪ ਜੀ ਸਾਡੀ ਸੰਗਤ ਨੂੰ ਜਾਣੂ ਕਰਾਓ ਆਪਣੇ ਆਪ ਤੋਂ ਤੇ ਆਪਣਾ ਇੰਟਰੋਡਕਸ਼ਨ ਜਿਹਾ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਰਦਾਰਨੀ ਚਿੰਤਨਜੀਤ ਕੌਰ ਹੈ। ਮੇਰੀ ਬੇਸਿਕ ਐਜੂਕੇਸ਼ਨ ਜੋ ਹੈ ਸ਼੍ਰੀਨਗਰ ਮੈਲਨਸਨ ਤੋਂ ਹੈ। ਉਹ ਤੋਂ ਬਾਅਦ ਮੈਂ ਬੈਚਲਰਸ ਆਪਣੀ ਫਿਜ਼ੀਓਥੈਰੇਪੀ ਵਿੱਚ ਕੀਤੀ ਹੈ ਜੰਮੂ ਯੂਨੀਵਰਸਿਟੀ ਤੋਂ, ਐਂਡ ਦੈਨ ਪਰਸਿਊਡ ਮਾਈ ਮਾਸਟਰਸ ਇਨ ਸਾਈਕੋਲੋਜੀ, ਜਿਹੜੀ ਕਿ ਮੈਂ ਕਰ ਰਹੀ ਹਾਂ। ਅਤੇ ਔਰ 10 ਸਾਲ ਤੋਂ ਮੈਂ ਚਾਈਲਡ ਰਾਈਟਸ ਅਤੇ ਚਿਲਡਰਨ ਵਿਦ ਡਿਸੇਬਿਲਿਟੀਜ਼ 'ਤੇ ਕੰਮ ਕਰ ਰਹੀ ਹਾਂ ਸ਼੍ਰੀਨਗਰ ਵਿੱਚ ਹੀ, ਜੰਮੂ ਐਂਡ ਕਸ਼ਮੀਰ ਵਿੱਚ, ਜਿਹਦੇ ਵਿੱਚ ਮੈਂ ਯੂਨੀਸੈਫ ਨਾਲ ਹੀ ਕਾਫੀ ਪ੍ਰੋਜੈਕਟ ਕੀਤੇ ਨੇ ਅਬਾਊਟ अर्ਲੀ ਚਾਈਲਡਹੁੱਡ ਕੇਅਰ ਐਂਡ ਆਊਟ ਆਫ ਸਕੂਲ ਚਿਲਡਰਨ, ਐਂਡ ਚਾਈਲਡ ਰਾਈਟਸ ਐਂਡ ਯੂ ਇੱਕ ਨਿਊ ਦਿੱਲੀ ਦੀ ਆਰਗੇਨਾਈਜੇਸ਼ਨ ਹੈ ਨੈਸ਼ਨਲ ਬੇਸਡ, ਉਹਨਾਂ ਨਾਲ ਹੀ ਕਾਫੀ ਕੰਮ ਕੀਤਾ ਹੈ। ਅਤੇ ਥੋੜ੍ਹਾ ਜਿਹਾ ਕੰਮ ਹੈ ਜੋ ਮੈਂ ਆਪਣੇ ਇਸ ਟੈਨਿਊਰ ਵਿੱਚ ਕੀਤਾ ਹੈ। ਬੇਸਿਕਲੀ ਮੈਂ ਕੁਆਲੀਫਾਈਡ ਫਿਜ਼ੀਓਥੈਰੇਪਿਸਟ, ਅਤੇ ਇਸ ਤਰ੍ਹਾਂ ਮੈਂ ਇਸ ਪ੍ਰੋਫੈਸ਼ਨ ਵਿੱਚ ਬਾਈ ਚਾਂਸ ਆਈ ਹਾਂ। ਅਤੇ ਉਹ ਤੋਂ ਬਾਅਦ ਸੋਸ਼ਲ ਵਰਕ ਐਂਡ ਬੱਚਿਆਂ ਲਈ ਕੰਮ ਕਰਨਾ ਮੇਰਾ ਪੈਸ਼ਨ ਬਣ ਗਿਆ ਅਤੇ ਬਾਈ ਚੋਇਸ ਬਣ ਗਿਆ। ਇਟ ਹੈਜ਼ ਬੀਨ ਆਲਮੋਸਟ 10 ਸਾਲ ਹੋ ਗਏ ਨੇ ਇਸ ਸਫ਼ਰ ਨਾਲ ਪੂਰਾ ਕਰਦੇ ਹਾਂ ਬੱਚਿਆਂ ਚਿਲਡਰਨ ਵਿਦ ਡਿਸੇਬਿਲਿਟੀਜ਼ ਔਰ ਚਾਈਲਡ ਰਾਈਟਸ 'ਤੇ ਕੰਮ ਕਰਦੇ ਹਾਂ ਸ਼੍ਰੀਨਗਰ ਵਿੱਚ ਹੀ। ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭੈਣ ਜੀ, ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਲਈ ਇੱਧਰ ਆਏ ਹੋ, ਤੇ ਕੁਝ ਜਿਹੜਾ ਕਿ ਬਹੁਤ ਹੀ ਜ਼ਰੂਰੀ ਮੋਟਿਵ ਹੈ, ਤੇ ਅੱਜ ਦਾ ਜਿਹੜਾ ਡਿਸਕਸ਼ਨ ਹੋਵੇਗਾ ਲੋਕਾਂ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੋਏਗਾ ਜਾਣਨਾ ਕਿ ਪੇਰੈਂਟਿੰਗ ਦਾ ਕੀ ਰੋਲ ਹੋਏਗਾ ਬੱਚਿਆਂ ਦੇ ਲਈ, ਤੇ ਬੱਚਿਆਂ ਦੀ ਜਿਹੜੀ ਚਾਈਲਡ ਕੇਅਰ ਹੈ ਉਸ ਦੇ ਬਾਰੇ ਅਸੀਂ ਡਿਸਕਸ ਕਰਾਂਗੇ। ਤੇ ਬਹੁਤ ਹੀ ਵਧੀਆ ਹੋਏਗਾ। ਜਿੱਦਾਂ ਹੁਣ ਅਸੀਂ ਸ਼ੁਰੂ ਕਰਦੇ ਹਾਂ, ਸਾਡਾ ਪਹਿਲਾ ਜਿਹੜਾ ਸਵਾਲ ਹੈ ਉਹ ਤੁਹਾਡੇ ਤੋਂ ਇਹ ਹੋਏਗਾ ਕਿ ਪਰਿਵਾਰਕ ਢਾਂਚਾ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਦੇ ਵਿੱਚ ਕੈਸਾ ਹੋਣਾ ਚਾਹੀਦਾ? ਜੀ ਬਹੁਤ ਬਹੁਤ ਧੰਨਵਾਦ ਵਿਰਸਾ ਦੇ ਤੇ ਤੁਹਾਡਾ, ਤਾਂ ਕਿ ਅਸੀਂ ਇਸ ਇੰਪੋਰਟੈਂਟ ਤੇ ਕ੍ਰੂਸ਼ੀਅਲ ਇਸ ਤੇ ਗੱਲ ਕਰ ਸਕੀਏ ਜੋ ਪੇਰੈਂਟਿੰਗ ਜਾਂ अर्ਲੀ ਚਾਈਲਡਹੁੱਡ ਕੇਅਰ ਹੈ ਉਸ ਦੇ ਬਾਰੇ 'ਚ ਗੱਲ ਕਰ ਸਕੀਏ। ਤੇ ਬਹੁਤ ਹੀ ਵਧੀਆ ਤੇ ਫੰਡਾਮੈਂਟਲ ਸਵਾਲ ਤੁਸੀਂ ਪਹਿਲੇ ਲੈ ਕੇ ਆਏ ਹੋ, ਲਾਈਕ ਫੈਮਿਲੀ ਸਟਰਕਚਰ। ਬੱਚਿਆਂ ਅਗਰ ਅਸੀਂ अर्ਲੀ ਚਾਈਲਡਹੁੱਡ ਦੀ ਗੱਲ ਕਰੀਏ ਤੇ 4 ਕੰਪੋਨੈਂਟਸ ਬਹੁਤ ਹੀ ਜ਼ਰੂਰੀ ਹੈਗੇ ਨੇ। ਪਹਿਲਾ ਸ਼ਾਰੀਰਿਕ ਵਿਕਾਸ, ਜਿਹਨੂੰ ਫਿਜ਼ੀਕਲ ਗਰੋਥ ਕਹਾਂਗੇ। ਦੂਜਾ ਕੋਗਨੀਟਿਵ ਜਾਂ ਮਾਈਂਡ ਮੈਂਟਲ ਪ੍ਰੋਸੈਸ ਐਂਡ ਥਾਟ ਪ੍ਰੋਸੈਸ, ਜਿਹਨੂੰ ਮਾਨਸਿਕ ਕਹਾਂਗੇ। ਤੀਜਾ ਸਾਡਾ ਸਮਾਜਿਕ ਵਿਕਾਸ, ਜਿਹੜਾ ਸਾਈਕੋ ਸੋਸ਼ਲ ਕੰਪੋਨੈਂਟ ਹੈ। ਤੇ ਚੌਥਾ ਜੋ ਹੈ ਉਹ ਹੈ ਭਾਵਨਾਤਮਕ, ਦੈਟ ਇਜ਼ ਇਮੋਸ਼ਨਲ। ਇਹ 4 ਜਿਹੜੇ ਡੋਮੇਨਸ ਹਨ ਬਹੁਤ ਹੀ ਜ਼ਰੂਰੀ अर्ਲੀ ਚਾਈਲਡਹੁੱਡ ਕੇਅਰ ਦੇ। ਤੇ ਇਹਨਾਂ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਥਿਊਰੀ ਹੈ ਨੇਚਰ ਵਰਸਸ ਨਰਚਰ। ਨਾਓ ਨੇਚਰ ਦੀ ਜਦ ਅਸੀਂ ਗੱਲ ਕਰਦੇ ਹਾਂ ਤੇ ਨੇਚਰ ਸਾਨੂੰ ਉਹ ਹੈ ਜੋ ਸਾਡੇ ਜੈਨੇਟਿਕ ਪੂਲ ਦੇ ਥਰੂ ਮਿਲਿਆ ਹੈ, ਹੈਰੀਡਿਟੀ ਦੇ ਥਰੂ ਮਿਲਿਆ ਹੈ, ਜੋ ਸਾਡਾ ਪੇਰੈਂਟਸ ਦੇ ਥਰੂ ਸਾਡੇ ਵਿੱਚ ਆਇਆ ਹੈ, ਜੋ ਜੀਨਸ ਦੇ ਥਰੂ ਆਇਆ ਹੈ, ਉਹ ਕਾਫੀ ਫਿਕਸ ਰਹਿੰਦਾ ਹੈ। ਜਦ ਅਸੀਂ ਨਰਚਰ ਦੀ ਗੱਲ ਕਰਦੇ ਹਾਂ, ਨਰਚਰ ਅਕਸਰ ਹੁੰਦਾ ਹੈ ਸਾਡਾ ਇਰਦ ਗਿਰਦ ਦਾ ਮਾਹੌਲ, ਸਾਡੀ ਸਰਾਊਂਡਿੰਗਸ ਕੈਸੀਆਂ ਹੈਗੀ ਨੇ। ਡਿਫਰੈਂਟ ਅਗਰ ਅਸੀਂ ਗਲੋਬਲੀ ਦੇਖੀਏ, ਡਿਫਰੈਂਟ ਰੀਜਨਸ ਵਿੱਚ, ਰਿਲੀਜਨਸ ਵਿੱਚ, ਕਮਿਊਨਿਟੀਜ਼ ਵਿੱਚ, ਹਰ ਇਨਸਾਨ ਇੱਕ ਡਿਫਰੈਂਟ ਇੰਡੀਵਿਜੂਅਲ ਹੈ। ਹਰ ਕਮਿਊਨਿਟੀ ਦਾ ਇੱਕ ਅਲੱਗ ਉੱਠਣ ਬਹਿਣ ਦਾ ਤਰੀਕਾ ਹੈ। ਤੇ ਵੈਸੇ ਹੀ ਬੱਚਿਆਂ ਨੂੰ ਵੀ ਅੱਗੇ ਪੁਸ਼ ਮਿਲਦਾ ਹੈ, ਬੱਚੇ ਵੀ ਵੈਸੇ ਹੀ ਹੁੰਦੇ ਨੇ। ਤੇ ਡੈਫੀਨੇਟਲੀ ਜੋ ਸਰਾਊਂਡਿੰਗਸ ਹੈ ਉਹਦਾ ਬਹੁਤ ਹੀ ਪਾਵਰਫੁਲ ਇੰਪੈਕਟ ਹੁੰਦਾ ਹੈ। ਔਰ ਇਹ ਜੋ ਨਰਚਰ ਦੀ ਗੱਲ ਕਰ ਰਹੇ ਹਾਂ ਅਸੀਂ, ਜੋ ਸਰਾਊਂਡਿੰਗਸ ਹਨ, ਇਹ ਬਹੁਤ ਹੀ ਡਾਇਨਾਮਿਕ ਹੈ। ਦੇਖੋ ਨੇਚਰ ਦੀ ਜੋ ਅਸੀਂ ਗੱਲ ਕੀਤੀ ਉਹ ਬਹੁਤ ਫਿਕਸਡ ਹੈ, ਜੋ ਸਾਨੂੰ ਸਾਡੇ ਵਿਰਸੇ ਤੋਂ ਮਿਲਿਆ, ਜੀਨਸ ਤੋਂ ਮਿਲਿਆ। ਲੇਕਿਨ ਜਦ ਅਸੀਂ ਨਰਚਰ ਦੀ ਗੱਲ ਕਰਦੇ ਹਾਂ ਉਹ ਬਹੁਤ ਹੀ ਡਾਈਵਰਸ ਤੇ ਡਾਇਨਾਮਿਕ ਹੈ। ਤੇ ਆਪਣੇ ਬੱਚਿਆਂ ਨੂੰ ਬਹੁਤ ਹੀ ਡਾਇਨਾਮਿਕ, ਬਹੁਤ ਹੀ ਡਾਈਵਰਸ ਚੀਜ਼ਾਂ, ਬਹੁਤ ਹੀ ਇੱਕ ਪ੍ਰੋਟੈਕਟਿਵ ਪਾਰਟਿਸਿਪੇਟਰੀ ਮਾਹੌਲ ਦੇਣਾ, ਜਿਹਦੇ ਵਿੱਚ ਉਹ ਪੂਰੇ ਸੰਪੂਰਨ ਤਰ੍ਹਾਂ ਨਾਲ ਡਿਵੈਲਪ ਕਰ ਸਕਣ, ਤੇ ਬਹੁਤ ਹੀ ਜ਼ਰੂਰੀ ਹੈ। ਇਹਦੇ ਵਿੱਚ ਬਹੁਤ ਸਾਰੇ ਫੈਕਟਰਸ ਹੈਗੇ ਨੇ। ਸਿਰਫ ਪੇਰੈਂਟਿੰਗ ਪੇਰੈਂਟਸ ਤੱਕ ਮਹਦੂਦ ਨਹੀਂ ਹੈ, ਕਨਸਟ੍ਰੇਨਡ ਨਹੀਂ ਹੈ। ਲਾਈਕ ਪੇਰੈਂਟਸ ਹੈਗੇ ਨੇ, ਟੀਚਰਸ ਹਨ,
ਦੈਨ ਸਾਡੀ ਸੁਸਾਇਟੀ, ਦੈਨ ਸਾਡੀ ਕਮਿਊਨਿਟੀ। ਤੇ ਹਰ ਕਿਸੇ ਨੂੰ ਇੰਡੀਵਿਜੂਅਲ ਤੌਰ ਤੇ ਬਹੁਤ ਹੀ ਅਹਿਮ ਰੋਲ ਦੇਣਾ ਪਏਗਾ ਤਾਂ ਕਿ ਅਸੀਂ ਇਹ ਜੋ ਸਮਾਜ ਹੈ ਚਾਈਲਡ ਫ੍ਰੈਂਡਲੀ ਤੇ ਚਾਈਲਡ ਪ੍ਰੋਟੈਕਟਡ ਬਣਾਈਏ, ਜਿਸ ਵਿੱਚ ਪੂਰੇ ਇੱਕ ਬੱਚੇ ਨੂੰ ਪੂਰੀ ਸਪੇਸ ਮਿਲੇ ਬਹੁਤ ਅੱਛੀ ਤਰ੍ਹਾਂ ਗਰੋ ਕਰਨੇ ਦੀ, ਤੇ ਜਿਸ ਵਿੱਚ ਫੈਮਿਲੀ ਸਟਰਕਚਰ ਬਹੁਤ ਹੀ ਅਹਿਮ ਹੈਗਾ। ਪੇਰੈਂਟਸ ਬੀਇੰਗ ਦ ਪ੍ਰਾਇਮਰੀ ਕੇਅਰ ਗਿਵਰਸ ਬਹੁਤ ਹੀ ਇੰਪੋਰਟੈਂਟ ਹੈ ਉਹਨਾਂ ਦਾ ਰੋਲ। कि ऑब्वियसली देखो पेरेंट्स का लव ते कोई भी शब्दाकोश डिफाइन नहीं कर सकता है, इसनों असी किसी चीज तक लिमिट नहीं कर सकते। लेकिन हाँ, बदलते माहौल नाल बहुत सारी ऐसी चीज़ां ने जिहदे बारे पेरेंट्स नू बहुत ही अलार्मिंग रहना है, जिहदे बारे पेरेंट्स नू बहुत ही कॉन्शियस रहना है कि बच्चा जरा जी किदे भी तुहाडी स्पेस या सोचण विच डिफरेंस आया ते बच्चा उत्थों ही डीरेल हो सकता है, और ये चाइल्डहुड दी चीज़ थ्रू आउट ਉਹਦੇ ਲਾਈਫ ਵਿੱਚ ਚਲੇਗੀ। ਤਾਂ ਪੇਰੈਂਟਸ ਦਾ ਢਾਂਚਾ, ਫੈਮਿਲੀ ਦਾ ਸਟਰਕਚਰ ਜੋ ਹੈ ਬਹੁਤ ਹੀ ਇੰਪੋਰਟੈਂਟ ਤੇ ਪ੍ਰਾਇਮਰੀ ਹੈਗਾ ਕੇਅਰ ਗਿਵਿੰਗ ਵਿੱਚ ਤੇ अर्ਲੀ ਚਾਈਲਡਹੁਡ ਵਿੱਚ, ਜਿਹੜਾ ਉਹਦੇ ਪੂਰੇ ਬਚਪਨ ਦੀ ਯਾਦ ਥ्रू ਆਊਟ ਉਹਦੇ ਲਾਈਫ ਨਾਲ ਰਹੇਗੀ। ਜੀ ਭੈਣ ਜੀ, ਬਹੁਤ ਹੀ ਜਿਹੜੇ ਚੰਗੇ ਵਿਚਾਰ ਤੁਸੀਂ ਦੱਸੇ ਨੇ ਕਿ ਬੱਚਿਆਂ ਦੇ ਲਈ ਕਿੱਦਾਂ ਉਹਨਾਂ ਦੀ ਸਰਾਊਂਡਿੰਗਸ ਤੇ ਪੇਰੈਂਟਿੰਗਸ ਤੇ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹ ਸਪੋਰਟਿਵ ਹੋਣੀ ਚਾਹੀਦੀ, ਤਾਂ ਜੋ ਬੱਚੇ ਜਿਹੜੇ ਨੇ ਉਹ ਹਰ ਇੱਕ ਪੱਧਰ ਤੇ ਪਾਰਟਿਸਿਪੇਟ ਕਰਨ, ਤਾਂ ਜੋ ਉਹਨਾਂ ਦੀ ਮੈਂਟੈਲਿਟੀ ਜੋ ਹੈ ਉਹ ਅਕੈਡਮਿਕਸ ਦੇ ਨਾਲ ਜਿਹੜੇ ਸਾਡੇ ਧਾਰਮਿਕ ਢਾਂਚੇ ਨੇ ਉਹਨਾਂ ਦੇ ਨਾਲ ਵੀ ਜੁੜੇ ਰਹਿਣ। ਤੇ ਥੈਂਕ ਯੂ ਭੈਣ ਜੀ। ਹੁਣ ਅਸੀਂ ਆਪਣੇ ਨੈਕਸਟ ਸਵਾਲ ਤੇ ਮੂਵ ਕਰਦੇ ਹਾਂ। ਜਿਹੜਾ ਫਾਰਮੈਟਿਵ ਇਨਫਲੂਐਂਸ ਹੈ ਬੱਚਿਆਂ ਦੀ ਬੌਧਿਕ ਵਿਕਾਸ ਵਿੱਚ ਕਿਵੇਂ ਰਹਿੰਦਾ ਹੈ, ਤੇ ਜਿਹੜੀ ਪੇਰੈਂਟਿੰਗ ਕੇਅਰ ਦੇ ਦੌਰਾਨ ਉਸ ਦਾ ਮਤਲਬ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਹ ਇਸ ਬਾਰੇ ਤੁਸੀਂ ਦੱਸੋ। जी देखो, फॉर्मेटिक रिसर्च बहुत ही नई ते एक फैक्चुअल बेस्ड थिंग है जिस ते बहुत सारी रिसर्चेस होई ने। ਤੇ ਜਦ ਅਸੀਂ ਕੇਅਰ ਦੀ ਗੱਲ ਕਰਦੇ ਆ, ਇਹ 3 ਪਾਰਟਸ ਵਿੱਚ ਡਿਵਾਈਡ ਹੁੰਦੀ ਹੈ। ਜਦ ਕੰਸੈਪਸ਼ਨ ਹੁੰਦੀ ਹੈ, ਜਦ ਇੱਕ ਮਾਂ ਪ੍ਰੈਗਨੈਂਟ ਹੁੰਦੀ ਹੈ, ਤਾਂ ਤੋਂ ਲੈ ਕੇ ਇੱਕ ਬੱਚੇ ਦੇ ਡਿਵੈਲਪਮੈਂਟ ਤੱਕ ਇਹ 3 ਸਟੇजेस ਆ ਜਾਂਦੇ ਨੇ, ਬਹੁਤ ਹੀ ਜੋ ਅਹਿਮ ਤੇ ਇੰਪੋਰਟੈਂਟ ਹੁੰਦੇ ਨੇ। ਇਹਨਾਂ ਨੂੰ ਅਸੀਂ ਪੈਰੀਨੇਟਲ ਔਰ ਐਂਟੀਨੇਟਲ, ਬਰਥ ਤੋਂ ਪਹਿਲੇ ਦਾ, ਨੇਟਲ ਦੈਟ ਇਜ਼ ਐਟ ਦ ਟਾਈਮ ਆਫ ਬਰਥ, ਔਰ पोस्टनेटल बर्थ तो बाद दी डेवलपमेंट कहते हैं। तो ये 3 स्टेजेस बहुत ही क्रूशियल ने। जब एंटीनेटल होता है, बर्थ तो पहले दी केयर है, उस विच 3 तो 4 फैक्टर्स आते हैं। वो हैल्थ दा है, न्यूट्रिशन दा है, प्रॉपर मैडिकल केयर दा है, जिहदे विच स्टेट एजेंसीज भी रोल प्ले करदी ने, लाइक साडी बेसिक हैल्थ फैसिलिटीज कैसी ने इर्द गिर्द दी। फिर जो मदर बनने वाली है उन्होंने पूरा सप्लीमेंट्स, न्यूट्रिशन, पूरा वैसा चीज मिल रही है कि नहीं फिजिकली। देन मेंटल सेटअप, ਉਹਦੇ इर्द गिर्द जो माँ है ਉਹਦੇ इर्द गिर्द ਦਾ माहौल कैसा है। ਤੇ ਗੁਰਬਾਣੀ ਵਿੱਚ ਹੀ ਬਹੁਤ ਸ਼ੁੱਧ ਵਿਚਾਰ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਐਸੀ ਚੀਜ਼ ਹੀ ਨਹੀਂ ਜਿਸ ਦਾ ਜ਼ਿਕਰ ਨਾ ਹੋਏ। ਤੇ ਅਗਰ ਤੁਸੀਂ ਗੁਰਬਾਣੀ ਵਿਚਾਰ ਕਹਿੰਦੇ ਨੇ, ਉਹ ਕਨੈਕਸ਼ਨ ਜੋ ਹੈ ਬਹੁਤ ਹੀ ਡਿਵਾਈਨ ਰਹਿੰਦਾ ਹੈ। तो इस नाल डेफिनेटली स्पिरिचुअल थिंग भी है कि असी रिलीजियसली भी किस तरह कनैक्ट करते हैं उस कनैक्शन नाल। दैन फिर नेटल केयर की गल करिए कि एट द टाइम ऑफ बर्थ कि बच्चे दी जे इंपॉर्टेंट वाइटल साइंस हैगे ने, जैसे कि जिस तरह साड़ी डिलेड क्राई, बर्थ क्राई होंदी है, एक बहुत ही इंपॉर्टेंट साइन होंदा है एट द टाइम ऑफ बर्थ। जिहड़ा बच्चा रोंदा है वो प्रेजेंट होना बहुत ही जरूरी होए। जेकर के अगर वो डिले होए तो रब ना करे वो बच्चा अगे जाके किसी कंडीशन नाल डायग्नोज हो सकता है। बट अनफॉर्चुनेटली अगर असी अपना समाजिक ढांचा देखिए, कदे भी जद एक खुशखबरी साडे परिवार विच आंदी है ते अक्सर असी पहली गल पुछते, अच्छा बहुत बहुत मुबारक है, बच्ची है या बच्चा है। ते कदे साडे मूंह ये नहीं निकलता कि बच्चा तंदुरुस्त है, माँ तंदुरुस्त है। ते प्राइमरी जो बहुत ही अहम चीज़ां ने एट द टाइम ऑफ बर्थ, उदों बाद बच्चे दा वेट, बच्चे दी हैल्थ, ते उस तो बाद आ जाता है पोस्ट नेटल केयर, जिथे कि साडा जो सिस्टम है हैल्थ केयर दा वो भी बहुत लैक करता है। कि जो साडी पीडियाट्रिक केयर है एक बच्चा जन्म तो बाद, बहुत ही इंपॉर्टेंट होता है। ओदा डेवलपमेंटल माइलस्टोन्स करके एक स्केल आता है कि किस एज विच बच्चा के चीज अटेन करेगा। लाइक ग्रॉस मोटर ओदा किन्नी एज विच आएगा, नैक होल्डिंग, बच्चा घसीटी किन्नी उम्र विच करेगा, बच्चा सोशल स्माइल कदों करेगा। ते अक्सर की होंदा है असी लोग बहुत जजमेंटल हैगे हैं, बिकॉज मेरा जो एक्सपीरियंस है चिल्ड्रन विद डिसेबिलिटीज या ऑन स्पैक्ट्रम जो बच्चे होंदे ने, आईडी इंटलैक्चुअल डिसेबिलिटीज, अक्सर की होंदा है कि जजमेंटल हो जाते हैं। कोई मासी, कोई पुआ, कोई 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 कोई
3 ਸਾਲ, ਮੇਰੇ ਵਾਲੇ ਨੇ ਤੇ 4 ਸਾਲ ਵਿੱਚ ਗੱਲ ਕੀਤੀ ਸੀ। ਤੇ ਅਕਸਰ ਅਸੀਂ ਉਹ ਚੀਜ਼ ਲੈਕ ਕਰ ਜਾਂਦੇ ਹਾਂ ਜਿਹੜੀ ਕਿ ਨਹੀਂ ਕਰਨੀ ਹੈ। ਇਨਫੈਕਟ ਹੈਲਥ ਕੇਅਰ ਸਿਸਟਮ ਵਿੱਚ ਵੀ ਉਹਨਾਂ ਪ੍ਰੈਕਟੀਸ਼ਨਰਸ ਦੀ ਕਮੀ ਹੈ ਜੋ ਕਿ ਪੀਡੀਆਟ੍ਰਿਕ ਜੋ ਸਾਡੇ ਮਾਈਲਸਟੋਨਸ ਨੇ ਉਹਨਾਂ ਦੀ ਬਹੁਤ ਮਾਸ ਲੈਵਲ ਤੇ ਅਵੇਅਰਨੈਸ ਹੈਗੀ ਹੋਣੀ ਚਾਹੀਦੀ ਹੈ ਕਿ ਕੀ ਇੰਪੋਰਟੈਂਟ ਹੈ। ਜਦ ਬੱਚਾ ਗਰੋ ਕਰ ਰਿਹਾ ਹੈ ਉਸ ਤੇ ਪੂਰੀ ਨਜ਼ਰ ਰੱਖਣੀ ਹੈ ਕਿ ਉਹਦੇ ਮਾਈਲਸਟੋਨਸ ਟਾਈਮ ਤੇ ਆ ਰਹੇ ਨੇ, ਕਿ ਉਹ ਪੂਰੇ ਮਾਈਲਸਟੋਨਸ ਅਟੇਨ ਕਰ ਰਿਹਾ ਹੈ। ਔਰ ਅਗਰ ਨਹੀਂ ਕਰ ਰਿਹਾ ਹੈ ਰਾਦਰ ਦੈਨ ਹੋਰ ਚੀਜ਼ਾਂ ਦੇ ਉਲਝਣੇ ਕੋਲੋਂ ਅੱਛਾ ਹੈ ਕਿ ਤੁਸੀਂ ਇੱਕ ਡਾਕਟਰ ਕੋਲ ਜਾਓ, ਇੱਕ ਪੀਡੀਆਟ੍ਰਿਸ਼ੀਅਨ ਕੋਲ ਜਾਓ, ਇੱਕ ਨਿਊਰੋਲੋਜਿਸਟ ਕੋਲ ਜਾਓ, ਤਾਂ ਕਿ ਜੋ ਬੱਚੇ ਦਾ ਪ੍ਰਾਈਮ ਏਜ ਹੈ, ਕ੍ਰਿਟੀਕਲ ਏਜ ਪੀਰੀਅਡ ਜਿਹਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ, ਅਗਰ ਉਹ ਕਿਤੇ ਮਿਸ ਨਾ ਹੋ ਜਾਏ ਤਾਂ ਕਿ ਅੱਗੇ ਬੱਚੇ ਨੂੰ ਦਿੱਕਤ ਹੋਏਗੀ। ਜੇਕਰ ਕਿ ਇਸ ਕ੍ਰਿਟੀਕਲ ਏਜ ਪੀਰੀਅਡ ਵਿੱਚ ਬੱਚੇ ਦਾ ਡਾਇਗਨੋਸ ਹੋ ਜਾਂਦਾ ਹੈ, ਅਗਰ ਰੱਬ ਨਾ ਕਰੇ ਕੋਈ ਵੀ ਚੀਜ਼ ਮਿਸਿੰਗ ਹੈ, ਤੇ ਉਹਦੇ ਲਈ ਪ੍ਰੋਗਨੋਸਿਸ ਜੋ ਪ੍ਰੋਗਰੈਸ਼ਨ ਹੈ ਉਹ ਬਹੁਤ ਵਧੀਆ ਹੋਏਗਾ। ਲੇਕਿਨ ਅਗਰ ਜੇਕਰ ਕਿ ਇਹ ਕ੍ਰਿਟੀਕਲ ਏਜ ਪੀਰੀਅਡ ਚਲਾ ਗਿਆ ਤੇ ਅੱਗੇ ਬੱਚੇ ਲਈ ਬਹੁਤ ਮੁਸ਼ਕਿਲ ਹੈ ਤੇ ਮਾਪਿਓ ਲਈ ਵੀ ਬਹੁਤ ਮੁਸ਼ਕਿਲ ਹੈ। ਤੇ ਇਹ ਤਿੰਨ ਚੀਜ਼ਾਂ ਬਹੁਤ ਹੀ ਅਹਿਮ ਹੈਗੀ ਨੇ ਜੋ ਸਾਨੂੰ ਬਿਲਕੁਲ ਧਿਆਨ ਰੱਖਣਾ ਚਾਹੀਦਾ ਕਿ ਇਹ ਤਿੰਨ ਡਿਵੈਲਪਮੈਂਟ ਦੇ ਜੋ ਫੇਜ਼ਸ ਹਨ ਉਹਨਾਂ ਨੂੰ ਸਾਨੂੰ ਬਹੁਤ ਹੀ ਸਪੋਰਟਿਵ ਰਹਿਣਾ ਚਾਹੀਦਾ, ਪੂਰੀ ਫੈਮਿਲੀ ਨੂੰ ਐਂਡ ਕਲੈਕਟਿਵਲੀ ਐਜ਼ ਅ ਸੋਸਾਇਟੀ ਨੂੰ ਵੀ। ਓਕੇ ਜੀ ਭੈਣ ਜੀ, ਬਹੁਤ ਹੀ ਵੱਡੀ ਗੱਲ ਹੈ ਕਿ ਜਿਹੜਾ ਹੁਣ ਅਸੀਂ ਮਤਲਬ ਆਪਣੀ ਸੁਸਾਇਟੀ ਦੇ ਵਿੱਚ ਹੀ ਦੇਖਦੇ ਹਾਂ ਕਿ ਜਿਹੜੀ ਸਾਡੇ ਅੱਜ ਕੱਲ੍ਹ ਦੇ ਰਿਸ਼ਤੇਦਾਰ ਹੋ ਗਏ ਨੇ ਨਾ, ਨੇਬਰਸ ਵਗੈਰਾ, ਤੇ ਉਹ ਆਪਣੇ ਥਾਟਸ ਇਹਦੇ ਤੇ ਲੈ ਕੇ ਆ ਜਾਂਦੇ ਨੇ। ਹੁਣ ਜਿੱਦਾਂ ਕਿ ਉਹ ਆਪਣੀ ਨਾ ਲਾਈਫ ਦੇ ਐਕਸਪੀਰੀਅੰਸਿਸ ਸ਼ੇਅਰ ਕਰਦੇ ਨੇ ਰਾਦਰ ਦੇਨ ਇਹ ਚੈੱਕ ਕਰਨ ਕਿ ਉਹ ਬੱਚਾ ਠੀਕ ਹੈ, ਹੈਲਦੀ ਹੈ, ਜਾਂ ਜੋ ਵੀ ਚੀਜ਼ਾਂ ਤੁਸੀਂ ਕਿਹਾ ਨੇ ਕਿ ਬੱਚੇ ਨੂੰ ਓਬਜ਼ਰਵ ਕਰਨਾ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਹੁਣ ਅਸੀਂ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ, ਜਿਹੜਾ ਕਿ ਅਰਲੀ ਐਜੂਕੇਸ਼ਨ ਸਿਸਟਮ ਜਿਹੜਾ ਹੈ ਬੱਚੇ ਦੀ ਦੁਨਿਆਵੀ ਜ਼ਿੰਦਗੀ ਦੇ ਵਿੱਚ ਕਿਵੇਂ ਮਦਦ ਕਰ ਸਕਦਾ ਹੈ, ਇਸ ਦੇ ਬਾਰੇ ਤੁਸੀਂ ਥੋੜਾ ਜਿਹਾ ਵਿਚਾਰ ਸਾਂਝੇ ਕਰੋ। अर्ली एजुकेशन सिस्टम, देखो एजुकेशन सिस्टम आज पूरा ही बहुत चेंज हो चुका है बिकॉज टेक्नोलॉजी एंड सारी चीज़ों को मद्देनजर रखते हुए पहले 10 साल पहले जो साडे किंडरगार्टन जो एलीमेंट्री ते सी आज जो किंडरगार्टन वाला बच्चा कर रहा है, क्योंकि टेक्नोलॉजी की वजह नाल जो बच्चों का IQ है बहुत घट एज विच ही बहुत वध जाता है। इस करके बट जिथे हर चीज का फायदा है नुकसान ही हैगा, ते उस दी वजह नाल जो सोशल कोएफिशिएंट है बच्चों का, जो असी इन पर्सनल कम्युनिकेशन की गल कर रहे हैं, अनफॉर्चुनेटली जब पैंडमिक आया सी ते स्टडीज भी दस रही ने कि ऑटिज्म एक न्यूरोलॉजिकल डिसऑर्डर है जिस विच बच्चा सोशलाइज नहीं कर पाता है। ते और उस पैंडमिक दे दौरान काफी बच्चे ना म्यूटिज्म ते भी चले गए ने ते ऑटिज्म दे स्पैक्ट्रम विच भी आ गए ने। क्यों? क्योंकि ये जरा साडे कोल स्मार्टफोन आ गया है, दिता ते साइंसदाना ने बहुत वधिया काम लई दिता सी कि असी इन्हां दा बहुत पॉजिटिवली यूज करिए। बट अनफॉर्चुनेटली तुसी विआह ते चले जाओ, अपने सराउंड और इवन फैमिली विच ही देख लो, एक छोटा जिहा बच्चा ओनू राइम लगा के दो और फिर ओनू खाना खिलाया जाता है। तो ये असी अपनी डिपेंडेंसी बनाते हैं इनफैंसी तो ही, जब बच्चा बहुत ही छोटा है ਤਾਂ ਤੋਂ ਹੀ ਸਾਡੀ ਡਿਪੈਂਡੈਂਸੀ ਟੈਕਨੋਲੋਜੀ ਤੇ ਬਣ ਜਾਂਦੀ ਹੈ। ਜੇਕਰ ਅਸੀਂ ਆਪਣੇ ਬਚਪਨ ਵਿੱਚ ਜਾਈਏ, ਅਸੀਂ ਸ਼ਾਇਦ ਸਟੋਰੀ ਸੁਣਦੇ ਸਾਂ ਤਾਂ ਰੋਟੀ ਖਾਂਦੇ ਸਾਂ, ਠੀਕ ਹੈ, ਜਾਂ ਗੁਰਬਾਣੀ ਲੱਗਦੀ ਸੀ ਤੇ ਤਾਂ ਮੂਲ ਮੰਤਰ ਕਰਕੇ ਚਾਹੇ ਕਿੰਨੇ ਵੀ ਛੋਟੇ ਹੁੰਦੇ ਸਾਂ ਥੋੜੀ ਤੋਤਲੀ ਜ਼ੁਬਾਨ ਵਿੱਚ ਹੀ ਬੋਲਦੇ ਸਾਂ। ਤੇ ਆਲ ਟੂਗੇਦਰ ਸਾਨੂੰ ਸਮਝਣਾ ਹੈ ਕਿ ਪੇਰੈਂਟਸ ਇਨ ਪਰਸਨਲ ਕਮਿਊਨੀਕੇਸ਼ਨ ਆਪੇ ਹੀ ਕੰਮ ਕਰ ਰਹੇ ਨੇ। ਮੈਂ ਤੁਹਾਨੂੰ ਦੱਸਾਂ 2020 ਵਿੱਚ ਜਰਮਨੀ ਵਿੱਚ ਇੱਕ ਬੱਚਿਆਂ ਨੇ ਪ੍ਰੋਟੈਸਟ ਕੀਤਾ कि साडे माँ प्यो कोलों उन्होंने स्मार्टफोन्स लैंड जाए वापस लै जान। क्यों उन्होंने कोलों पूछा गया कि ऐसा क्यों, कहते वो टाइम ही नहीं देंदे, ऑल द टाइम वो स्मार्टफोन्स विच ही होंदे ने। ते बट हैविंग सेड दैट कि आजकल दी डिपेंडेंसी भी बहुत है स्मार्टफोन्स ते, बट बड़ियां नू अपनी लिमिट सैट करनी पेगी तां कर तुसी बच्चियां नू बोल सकते हो, बिकॉज बच्चे बहुत ही क्यूरोसिटी वाले ने। अगर तुसी कोई चीज आपू कर रहे हो तो बच्चे नू मना कर रहे हो और कोई फैक्ट नहीं दे रहे उस बारे, ते वो बच्चों लिए ठीक नहीं है और तुहाडी गल नू वैलिडेट भी नहीं करनगे। ते अर्ली चाइल्डहुड, कमिंग बैक टू अर्ली चाइल्डहुड एजुकेशन, आजकल जो जॉयफुल लर्निंग दा कॉन्सेप्ट है जिसते करके किंडरगार्टन भी है या प्लेवे मैथड्स है कि ने, दोज आर क्वाइट हेल्पफुल। और हमेशा ग्रुप लर्निंग दी बहुत ही इंपॉर्टेंस रही है एजुकेशन सिस्टम विच बच्चों लई,
ਕਿ ਗਰੁੱਪ ਲਰਨਿੰਗ ਵਿੱਚ ਜਾਂ ਫਿਰ ਗਰੁੱਪ ਐਕਟੀਵਿਟੀਜ਼ ਵਿੱਚ ਜਿਸ ਵਿੱਚ ਬੱਚਿਆਂ ਦੇ ਲਈ ਕੋਈ ਗੋਲ ਸੈੱਟ ਕੀਤਾ ਜਾਂਦਾ ਹੈ, ਫਿਰ ਉਹਨਾਂ ਨੂੰ ਥੋੜੀ ਕਲੋਇੰਗ ਕਰਕੇ ਉਸ ਗੋਲ ਨੂੰ ਅਚੀਵ ਕਰਕੇ ਐਪਰੀਸੀਏਸ਼ਨ ਦਿੰਦੇ ਆ ਕਿ ਉਹ ਗੁੱਡ, ਤੁਸੀਂ ਬਹੁਤ ਵਧੀਆ ਕੀਤਾ, ਤੁਸੀਂ ਉਹ ਤੋਂ ਅੱਛਾ ਵੀ ਕਰ ਸਕਦੇ ਹੋ, ਤਾਂ ਉਹ ਬਹੁਤ ਹੀ ਪੁਸ਼ੀ ਰਹਿੰਦਾ ਔਰ ਬੱਚਿਆਂ ਨੂੰ ਬਹੁਤ ਹੋਰ ਅੱਛੀ ਤਰ੍ਹਾਂ ਕੰਮ ਕਰਨ ਦਾ ਮੌਕਾ ਦਿੰਦਾ ਹੈ। ਜੀ ਭੈਣ ਜੀ, ਬਿਲਕੁਲ ਸਹੀ ਕਿਹਾ ਤੁਸੀਂ ਕਿ ਜਿਹੜਾ ਅੱਜ ਕੱਲ ਅਸੀਂ ਬਹੁਤ ਜ਼ਿਆਦਾ ਡਿਪੈਂਡ ਹੋ ਗਏ ਹਾਂ ਇਹਨਾਂ ਫੋਨਸ ਤੇ ਹੋਰ ਵੀ ਜਿਹੜੀ ਸਾਡੇ ਡਿਸਟਰੈਕਸ਼ਨਸ ਨੇ ਉਹਨਾਂ ਦੇ, ਹਨਾ, ਜਿਹੜੇ ਸਾਡੇ ਪੇਰੈਂਟਸ ਨੇ ਹੁਣ ਉਹ ਵੀ ਮਤਲਬ ਆ ਰਹੇ ਨੇ ਥੋੜੇ ਥੋੜੇ ਕਰਕੇ ਇਸ ਲਾਈਨ ਦੇ ਵਿੱਚ, ਦੇ ਜਿਹੜੇ ਬੱਚਿਆਂ ਨੂੰ ਟਾਈਮ ਦੇ ਰਹੇ ਨੇ, ਹੁਣ ਪਹਿਲਾਂ ਥੋੜਾ ਜ਼ਿਆਦਾ ਟਾਈਮ ਦੇ ਰਹੇ ਸੀ, ਹੁਣ ਬਹੁਤ ਜ਼ਿਆਦਾ ਘੱਟ ਹੋ ਗਿਆ ਹੁਣ ਅਸੀਂ ਕੰਪੈਰੀਟਿਵਲੀ ਜੇ ਦੇਖੀਏ ਤਾਂ। ਬਿਲਕੁਲ ਸਹੀ ਗੱਲ ਹੈ ਕਿ ਜਿਹੜੇ ਸਾਡੇ ਪੇਰੈਂਟਸ ਨੇ ਉਹਨਾਂ ਨੂੰ ਥੋੜਾ ਚਾਹੀਦਾ ਹੈ ਕਿ ਬੱਚਿਆਂ ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਵਣ ਤਾਂ ਜੋ ਅਰਲੀ ਐਜੂਕੇਸ਼ਨ ਸਿਸਟਮ ਵੀ ਵਰਕ ਕਰੇ। ਤੇ ਹੁਣ ਅਸੀਂ ਪੁੱਛਦੇ ਹਾਂ ਕਿ ਕੀ ਸੱਭਿਆਚਾਰਿਕ ਢਾਂਚਾ ਅਤੇ ਧਾਰਮਿਕ ਸਿਧਾਂਤ ਇਸ ਵਿਕਾਸ ਵਿੱਚ ਮਦਦ ਕਰਦੇ ਹਨ ਕਿ ਅੱਜ ਦੇ ਸਮੇਂ ਵਿੱਚ ਵੀ ਮਾਤਾ ਪਿਤਾ ਬੱਚਿਆਂ ਨੂੰ ਇਸ ਪਰਸਪੈਕਟਿਵ ਤੋਂ ਦੂਰ ਕਰ ਰਹੇ ਹਨ? ਨਹੀਂ, ਡੈਫੀਨੇਟਲੀ ਦੇਖੋ, ਜੇ ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਅਸੀਂ ਐਸੇ ਵਿਰਸੇ ਤੋਂ ਹਾਂ ਜਿੱਥੇ ਗੁਰਦੁਆਰਾ ਸਾਹਿਬ ਆਪਣੇ ਆਪ ਵਿੱਚ ਦੁਨੀਆ ਵਿੱਚ ਇੱਕ ਇੰਸਟੀਟਿਊਸ਼ਨ ਹਨ, ਡਿਸਿਪਲਿਨ ਦਾ, ਟੀਮ ਵਰਕ ਦਾ, ਹੈਲਪਫੁਲਨੈਸ ਦਾ। ਤੇ ਅਗਰ ਛੋਟੇ ਹੁੰਦੇ ਹੀ ਇੱਕ ਬੱਚੇ ਨੂੰ ਕੰਡਕਟ, ਇੱਕ ਤੇ ਹੋਇਆ ਗੁਰਦੁਆਰੇ ਸਾਹਿਬ ਜਾਣਾ, ਇੱਕ ਹੋਇਆ ਕੰਡਕਟ ਫੋਲੋ ਕਰਨਾ, ਜੋ ਅਸੀਂ ਸ਼ਾਇਦ ਸਾਡੇ ਯੰਗ ਅਡਲਟਸ ਕਾਫੀ ਇਸ ਤੋਂ ਐਗਰੀ ਕਰਨਗੇ ਕਿ ਕਾਫੀ ਵਾਰੀ ਅਸੀਂ ਜਾਂਦੇ ਵੀ ਹਾਂ ਲੇਕਿਨ ਉਸ ਕੰਡਕਟ ਨਾਲ ਨਹੀਂ ਚੱਲਦੇ ਗੁਰਦੁਆਰੇ ਸਾਹਿਬ ਵਿੱਚ। ਤੇ ਉੱਥੇ ਪੂਰਾ ਸਾਡਾ ਧਾਰਮਿਕ ਢਾਂਚਾ ਹੀ ਐਸਾ ਹੈ ਕਿ ਸਾਨੂੰ ਹੋਰ ਕਿਤੇ ਜਾਣ ਦੀ ਕੋਈ ਲੋੜ ਹੀ ਨਹੀਂ। ਬਹੁਤ ਬੇਸਿਕ ਤੋਂ ਇਹ ਸ਼ੁਰੂ ਹੁੰਦਾ ਹੈ, ਚਾਹੇ ਗੁਰੂ ਦਰਬਾਰ ਹਾਲ ਦੀ ਸੇਵਾ ਹੋਏ, ਚਾਹੇ ਲੰਗਰ ਸਾਹਿਬ ਦੀ ਸੇਵਾ ਹੋਏ, ਚਾਹੇ ਜੋੜੇ ਘਰ ਦੀ ਸੇਵਾ ਹੋਏ। ਤੇ ਅਸੀਂ ਸਾਡਾ ਪੂਰਾ ਫੇਥ ਆਪਣੇ ਆਪ ਵਿੱਚ ਹੀ ਇੰਨਾ ਸਿੰਪਲ ਤੇ ਬੇਸਿਕਸ ਆਫ ਲਾਈਫ ਸਿਖਾਉਂਦਾ ਹੈ ਕਿ ਸਾਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਹੀ ਨਹੀਂ। ਹਾਂ, ਲੇਕਿਨ ਇਹ ਵੀ ਜ਼ਰੂਰੀ ਹੈ ਕਿ ਸਾਡੇ ਸੋਸ਼ਲ ਢਾਂਚੇ ਜੋ ਹੈਗੇ ਨੇ, ਜਿਸ ਤਰ੍ਹਾਂ ਜੋ ਵੀ ਐਸੇ ਇੰਸਟੀਟਿਊਸ਼ਨਸ ਹੈਗੇ ਨੇ ਜੋ ਬੱਚਿਆਂ ਨੂੰ ਪੁਸ਼ ਕਰ ਰਹੇ ਨੇ ਅੱਗੇ, ਉਹਨਾਂ ਦੇ ਸਕਿੱਲਸ ਨੂੰ ਲਿਆਉਣ ਦੇ, ਉਹਨਾਂ ਦੇ ਅਕੈਡਮਿਕ ਚੀਜ਼ਾਂ ਨੂੰ ਹੋਰ ਐਨਹਾਂਸ ਕਰਨ ਦੇ, ਤੇ ਜਿਹੜੇ ਵੱਡੇ ਲੋਕ ਹਨ ਜਿਹੜੇ ਉਸ ਪੱਧਰ ਤੇ ਹੈਗੇ ਨੇ ਜੋ ਸਪੋਰਟ ਕਰ ਸਕਦੇ ਨੇ, ਡੈਫੀਨੇਟਲੀ ਕਲੈਕਟਿਵਲੀ ਸਾਨੂੰ ਐਜ਼ ਅ ਕਮਿਊਨਿਟੀ ਅੱਗੇ ਆਉਣਾ ਚਾਹੀਦਾ ਤੇ ਉਹਨਾਂ ਸੈਟਅਪਸ ਨੂੰ ਸਟਰੈਂਥਨ ਕਰਨਾ ਚਾਹੀਦਾ। ਆਫ ਕੋਰਸ ਰਿਲੀਜੀਅਸ ਇੰਸਟੀਟਿਊਸ਼ਨਸ ਤੇ ਹੈਗੇ ਹੀ ਨੇ, ਤੁਸੀਂ ਸ਼ਾਇਦ ਇਸ ਚੀਜ਼ ਨਾਲ ਐਗਰੀ ਕਰੋ। ਓਵਰ ਦਾ ਈਅਰਸ ਅੱਜ ਕੱਲ੍ਹ ਜਦ ਸਾਡਾ ਸ਼ਹੀਦੀ ਦਾ ਪੂਰਾ ਮਹੀਨਾ ਹੁੰਦਾ ਹੈ, ਪੂਰੇ ਕਸ਼ਮੀਰ ਵਿੱਚ ਇੱਕ ਅਲੱਗ ਹੀ ਰੌਣਕ ਹੁੰਦੀ, ਖੁਸ਼ੀ ਦਾ ਮਾਹੌਲ ਹੁੰਦਾ ਹੈ ਔਰ ਹਰ ਜਗ੍ਹਾ ਤੁਸੀਂ ਦੇਖੋਗੇ ਸਮਾਗਮ ਹੁੰਦੇ ਨੇ ਔਰ ਛੋਟੇ ਬੱਚੇ ਬਹੁਤ ਵੱਧ ਚੜ ਕੇ ਹਿੱਸਾ ਲੈ ਰਹੇ ਨੇ। ਇਸ ਸਾਲ ਦਾ ਬਹੁਤ ਹੀ ਮੈਂ ਦੇਖਿਆ ਹਰ ਗੁਰਦੁਆਰੇ ਸਾਹਿਬ ਵਿੱਚ ਬਹੁਤ ਵੱਧ ਚੜ ਕੇ ਛੋਟੇ ਛੋਟੇ ਬੱਚੇ ਅੰਮ੍ਰਿਤ ਵੇਲੇ ਤੋਂ ਗੁਰਦੁਆਰੇ ਸਾਹਿਬ ਆ ਰਹੇ ਸਨ। ਤਾਂ ਡੈਫੀਨੇਟਲੀ ਇਹ ਚੀਜ਼ ਸਾਨੂੰ ਦੱਸਦੀ ਹੈ ਕਿ ਮਾਹੌਲ ਹੀ ਪੁਸ਼ ਕਰਦਾ ਹੈ, ਮਾਹੌਲ ਹੀ ਬਣਾਉਂਦਾ ਹੈ ਕਿ ਬੱਚੇ ਨੂੰ ਬਿਲਕੁਲ ਇਸ ਵਿੱਚ ਢਾਂਚੇ ਵਿੱਚ ਇਹ ਕੀਤਾ ਜਾਏ। ਤੇ ਡੈਫੀਨੇਟਲੀ ਰਿਲੀਜੀਅਸ ਔਰ ਸੋਸ਼ਲ ਸਟਰਕਚਰਸ ਬਿਲਕੁਲ ਹੈਲਪ ਕਰਦੇ ਨੇ ਤੇ ਸਾਨੂੰ ਸਟਰੈਂਥਨ ਕਰਨਾ ਚਾਹੀਦਾ ਉਹਨਾਂ ਨੇ। ਬਿਲਕੁਲ 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 ਭਾਈ ਜੀ, ਜਿਹੜੇ ਸਾਡੇ ਗੁਰਦੁਆਰੇ ਸਾਹਿਬ ਨੇ ਉੱਥੇ ਜਾ ਕੇ ਵੀ ਬੱਚੇ ਜਿਹੜੇ ਨੇ ਅੱਜ ਕੱਲ੍ਹ ਵਿਦਿਆਲੇ ਜਿੱਦਾਂ ਅਸੀਂ ਕਹਿ ਸਕਦੇ ਹਾਂ ਉਹ ਲੱਗਦੇ ਨੇ, ਤੇ ਬੱਚਿਆਂ ਨੂੰ ਉੱਥੇ ਕਾਫੀ ਐਜੂਕੇਸ਼ਨਲ ਸਿਸਟਮ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਜਿੱਦਾਂ ਕਿ ਅਸੀਂ ਕਹਿ ਸਕਦੇ ਹਾਂ ਦਰਲਚੀ ਬਾਗ ਦੇ ਵਿੱਚ ਗੁਰਦੁਆਰੇ ਵਿਦਿਆਲੇ ਲਗਾਏ ਜਾਂਦੇ ਨੇ, ਠੀਕ ਹੈ, ਕੋਮਲ ਲਾਇਬ੍ਰੇਰੀ ਦੇ ਵਿੱਚ ਡਿਸਕਸ਼ਨਸ ਹੁੰਦੇ ਨੇ, ਤੇ ਬਹੁਤ ਸਾਰੇ ਐਸੀ ਜਗ੍ਹਾਵਾਂ ਨੇ ਜਿੱਥੇ ਅਸੀਂ ਜਾ ਕੇ ਜਿਹੜੇ ਸਾਡੇ ਬੜੇ ਨੇ ਉਹਨਾਂ ਤੋਂ ਸਲਾਹ ਲੈ ਸਕਦੇ ਹਾਂ ਤੇ ਆਪਣੀ ਲਾਈਫ ਨੂੰ ਉਸ ਪਲੇਟਫਾਰਮ ਤੇ ਲੈ ਕੇ ਜਾ ਸਕਦੇ ਹਾਂ ਜੋ ਸਾਡੇ ਲਈ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਇੰਪੈਕਟਫੁਲ ਹੋਵੇ। ਤੇ ਹੁਣ ਭੈਣ ਜੀ ਮੈਨੂੰ ਦੱਸੋ ਕਿ ਜਿਹੜਾ ਅੱਜ ਦਾ ਸਮਾਜਿਕ ਹਾਲਾਤਾਂ ਤੇ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਬੱਚੇ ਦੀ ਜ਼ਿੰਦਗੀ ਦੇ ਵਿੱਚ ਕਿਵੇਂ ਇੰਪੈਕਟਫੁਲ ਹੁੰਦੇ ਨੇ? ਦੇਖੋ, ਜੋ ਸਮਾਜ ਵਿੱਚ ਹੋ ਰਿਹਾ ਡੈਫੀਨੇਟਲੀ ਉਹ ਬੱਚੇ ਨੂੰ ਤਾਂ ਇੰਪੈਕਟ ਕਰੇਗਾ ਹੀ। ਜੋ ਤੁਹਾਡੀ ਸਰਾਊਂਡਿੰਗਸ ਵਿੱਚ ਹੈ, ਹਵਾ ਸਾਫ਼ ਹੈ ਤਾਂ ਤੁਸੀਂ ਹਵਾ ਲਓਗੇ, ਹਵਾ ਗੰਦੀ ਹੈ ਤੇ ਕੁਝ ਨਾ ਕੁਝ ਗੰਦਾ ਤੇ ਜਾ ਹੀ ਰਿਹਾ ਤੁਹਾਡੇ ਅੰਦਰ। ਤੇ ਆਬਵੀਅਸਲੀ ਜੋ ਸਾਡਾ ਸਮਾਜਿਕ ਢਾਂਚਾ ਹੈ, ਜੋ ਸਮਾਜ ਵਿੱਚ ਚੱਲ ਰਿਹਾ ਹੋ ਰਿਹਾ, ਔਰ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਬੇਸਿਕ ਗੱਲ ਕਰਦੀ ਹਾਂ ਕਿ ਇਟਸ ਨਾਟ ਸਾਡੀ ਸਿਰਫ ਆਪਣੀ ਫੈਮਿਲੀ ਤੇ ਤੱਕ ਕਨਸਟ੍ਰੇਂਟ ਨਹੀਂ ਹੈ, ਠੀਕ ਹੈ, ਕਿ ਮੇਰੇ ਘਰ ਦਾ ਬੱਚਾ ਬਿਲਕੁਲ ਅੱਛੇ ਮਾਹੌਲ ਵਿੱਚ ਹੈ ਬਸ ਮੇਰਾ ਇੰਨਾ ਹੀ ਹੈ। ਨਹੀਂ, ਐਜ਼ ਅ ਹਿਊਮਨ ਅਸੀਂ ਪੂਰਾ ਦੇਖਣਾ ਹੈ ਕਿ ਸਾਡੀ ਕਮਿਊਨਿਟੀ, ਸਾਡੀ ਸੁਸਾਇਟੀ ਵਿੱਚ ਕਿਸ ਤਰ੍ਹਾਂ ਠੀਕ ਹੋਣ ਚੀਜ਼ਾਂ।
ਤੇ ਉਹਦੇ ਲਈ ਚਾਈਲਡ ਪ੍ਰੋਟੈਕਸ਼ਨ ਤੇ ਚਾਈਲਡ ਫ੍ਰੈਂਡਲੀ ਜਗ੍ਹਾ ਹੋਣ ਦੀ ਬਹੁਤ ਹੀ ਜ਼ਰੂਰੀ ਹੈ, ਚਾਹੇ ਉਹ ਸਾਡੇ ਇੰਸਟੀਟਿਊਸ਼ਨਸ ਹੋਣ, ਚਾਹੇ ਉਹ ਸਾਡੇ ਇਦਾਰੇ ਹੋਣ, ਚਾਹੇ ਉਹ ਸਾਡੇ ਸਕੂਲਸ ਹੋਣ, ਚਾਹੇ ਉਹ ਸਾਡੀ ਗੈਦਰਿੰਗਸ ਹੋਣ। ਤੇ ਇਹਦੇ ਵਿੱਚ ਸਾਡੇ ਬੜਿਆਂ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੈਗਾ। ਅਕਸਰ ਤੁਸੀਂ ਦੇਖੋ ਕਦੇ ਵੀ ਫੋਰ ਐਗਜ਼ਾਮਪਲ ਮੈਨੂੰ ਆਫਿਸ ਤੋਂ ਫੋਨ ਆ ਰਿਹਾ ਤੇ ਮੈਂ ਲੇਟ ਹਾਂ, ਮੈਂ ਕੋਈ ਵੀ ਐਕਸਕਿਊਜ਼ ਦੇ ਦਾਂਗੀ ਤੇ ਕੋਈ ਵੀ ਬੱਚਾ ਮੇਰੇ ਨਾਲ ਹੋਏਗਾ, ਮੈਨੂੰ ਲੱਗੇਗਾ ਕਿ ਸ਼ਾਇਦ ਉਹ ਆਪਣਾ ਕੰਮ ਕਰ ਰਿਹਾ, ਬਟ ਇਨਕੌਨਸ਼ੀਅਸਲੀ ਉਹ ਸੁਣ ਰਿਹਾ। ਔਰ ਜਦ ਮੈਂ ਅੱਜ ਝੂਠ ਬੋਲਿਆ, ਮੈਂ ਦੁਬਾਰਾ ਉਹਨੂੰ ਨਹੀਂ ਮਨਾ ਕਰ ਸਕਦੀ ਬਿਕੋਜ਼ ਉਹ ਫੈਕਟ ਰੱਖੇਗਾ। ਤੇ ਬੀ ਵੈਰੀ ਕੇਅਰਫੁਲ ਬੀਇੰਗ ਅ ਚਾਈਲਡ ਪ੍ਰੈਕਟੀਸ਼ਨਰ। ਇਹ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਕਿ ਬੱਚਾ ਜਦ ਵੀ ਕੋਈ ਇਰਦ ਗਿਰਦ ਹੋਏ, ਆਪਣੇ ਇਸ ਲਈ, ਆਪਣੇ ਹੱਥਾਂ ਲਈ ਤੇ ਆਪਣੀ ਅੱਖਾਂ ਲਈ ਬਹੁਤ ਹੀ ਕੇਅਰਫੁਲ ਰਹੋ, ਬਿਕੋਜ਼ ਤੁਸੀਂ ਜੋ ਕਰੋਗੇ ਉਹਦਾ ਇੰਪੈਕਟ ਉਹਦੀ ਸਾਈਕੀ ਤੇ ਰਹੇਗਾ। ਔਰ ਚਾਈਲਡਹੁੱਡ ਦੀ ਬਹੁਤ ਹੀ ਇੱਕ ਇੰਪੋਰਟੈਂਟ ਥਿਓਰੀ ਹੈ ਅਟੈਚਮੈਂਟ ਥਿਓਰੀ, ਕਿ ਬਚਪਨ ਵਿੱਚ ਜੋ ਵੀ ਤੁਸੀਂ ਸਾਰਾ ਜਿਹਦੇ ਪ੍ਰਾਈਮ ਬੰਦੇ ਨਾਲ ਤੁਸੀਂ ਅਟੈਚਡ ਹੋ, ਯੂਜੂਅਲੀ ਮਦਰ ਨੂੰ ਹੀ ਕਹਾਂਗੇ ਜਾਂ ਪੇਰੈਂਟਸ ਵਿੱਚੋਂ ਕੋਈ ਇੱਕ ਹੁੰਦਾ ਹੈ, ਅਗਰ ਤੇ ਉਹ ਸਟਰੋਂਗ, ਅਗਰ ਉਹ ਬੌਂਡ ਬਹੁਤ ਸਟਰੋਂਗ ਤੇ ਸਿਕਿਉਰ ਹੈ, तो लाइफ लॉन्ग वो इंडिविजुअल बहुत ही बैलेंस्ड और सक्सेसफुल रहता है। तो जो अर्ली चाइल्डहुड का माहौल है, साडा ढांचा है, इर्द गिर्द का माहौल है, इट्स नॉट कि सिर्फ फैमिली इंपैक्ट करती है। कदे कदे तुहाडा बहुत कोई नेबर है, उसका शायद आवाज उच्ची आवाज विच गल करना एक बच्चे नूं डरा सकता है, जस्ट एन एग्जाम्पल। या फिर तुहाडे स्कूल विच कोई ऐसा टीचर है जो तुहानूं टीचर नहीं लगता, तुहानूं बड़ा अच्छा लगता ਉਹਦੇ ਨਾਲ ਗੱਲ ਕਰਨਾ। ਤੇ ਇਹ ਸਾਰੀ ਕਲੈਕਟਿਵਲੀ ਅਸੀਂ ਡਿਫਰੈਂਟ ਐਕਟਰਸ ਹੈਗੇ ਆ ਜੋ ਬੱਚੇ ਨਾਲ ਕਿਤੇ ਨਾ ਕਿਤੇ ਤੇ ਸਾਡਾ ਇੰਟਰੈਕਸ਼ਨ ਰਹਿੰਦਾ ਹੀ ਹੈ। ਤੇ ਸਾਨੂੰ ਬਹੁਤ ਹੀ ਕੌਨਸ਼ੀਅਸ ਹੋ ਕੇ, ਕਿਉਂਕਿ ਅੱਜ ਦਾ ਬੱਚਾ ਬਹੁਤ ਸਮਾਰਟ ਹੈ, ਔਰ देयर इज अ सेइंग इन चाइल्ड प्रोटेक्शन कि चिल्ड्रंस आर द एक्सपर्ट्स ऑफ देयर ओन लाइफ। ਇਹ ਬਿਲਕੁਲ ਨਾ ਸੋਚੀਏ ਕਿ ਬੱਚਿਆਂ ਨੂੰ ਕੁਝ ਨਹੀਂ ਪਤਾ, ਜਾਂ ਇਹ ਕਦੇ ਨਾ ਬੋਲੋ ਕਿ ਤੁਸੀਂ ਕਦੇ, ਅਕਸਰ ਐਸਾ ਹੁੰਦਾ ਹੈ ਬੱਚੇ, ਅਸੀਂ ਗੱਲ ਕਰ ਰਹੇ ਹੁੰਦੇ ਹਾਂ ਤੇ ਬੱਚੇ ਇੰਟਰਵੀਨ ਕਰਦੇ ਆ ਤੇ ਅਸੀਂ ਬਿਲਕੁਲ ਉਹਨਾਂ ਨੂੰ ਚੁੱਪ ਕਰਾਉਂਦੇ ਆ, ਹੈ ਨਾ। ਤੇ ਲੇਕਿਨ ਇਸ ਤਰ੍ਹਾਂ ਬਿਲਕੁਲ ਨਹੀਂ ਕਰੋ, ਬੱਚਿਆਂ ਦੀ ਕਿਉਰਿਓਸਿਟੀ ਨੂੰ ਐਡਰੈਸ ਕਰੋ, ਸਮਝੋ, ਔਰ ਅਗਰ ਨਹੀਂ ਪਤਾ ਹੈ ਤੇ ਨਹੀਂ ਦੱਸ ਦਿਓ, ਬੋਲੋ ਕਿ ਮੈਂ ਇਸ ਬਾਰੇ ਪੜ੍ਹ ਕੇ ਤੈਨੂੰ ਜਵਾਬ ਦਿੰਦਾ ਹੈ। ਬਿਕੋਜ਼ ਬੱਚੇ ਦੇ ਦਿਮਾਗ ਵਿੱਚ ਮਾਨਸਿਕ ਉਸ ਵਿੱਚ ਅਗਰ ਕੋਈ ਵੀ ਗਲਤ ਚੀਜ਼ ਗਈ ਤੇ ਉੱਥੋਂ ਫਿਰ ਉਹ ਡੀਰੇਲ ਹੁੰਦਾ ਕਿ ਅੱਜ ਤੇ ਇਸ ਵਿੱਚ ਅਨਫੋਰਚੂਨੇਟਲੀ ਬਹੁਤ ਹੋਰ ਚੀਜ਼ਾਂ ਆ ਗਈ ਨੇ ਜਿਸ ਤੋਂ ਬੱਚੇ ਡੀਰੇਲ ਹੋ ਕੇ ਫਿਰ ਜਾਂ ਤੇ ਬਾਕੀ ਚੀਜ਼ਾਂ ਵਿੱਚ ਇਨਵੋਲਵ ਹੋ ਜਾਂਦੇ ਨੇ, ਜੋ ਕਿ ਬਹੁਤ ਨੈਗੇਟਿਵ ਐਂਡ ਹੈਲਥ ਵਾਈਜ਼, ਲਾਈਫ ਵਾਈਜ਼ ਔਰ ਧਾਰਮਿਕ ਸਿਧਾਂਤਾਂ ਤੋਂ ਵੀ। ਤੇ ਉਹ ਸਾਰਾ ਸਾਡੇ ਸਮਾਜ ਤੇ ਸਾਡੇ ਸਾਰਿਆਂ ਦੀ, ਦੇਖੀ ਗੁੱਡਨੈਸ ਕਲੈਕਟਿਵ ਚੀਜ਼ ਹੈ, ਸਾਰਿਆਂ ਦੀ ਗੁੱਡ ਥਿੰਗਸ ਹੈਪਨ ਕਲੈਕਟਿਵਲੀ। ਤੇ ਅਸਾਂ ਸਾਰਿਆਂ ਤੇ ਬਹੁਤ ਜ਼ਿੰਮੇਵਾਰੀ ਹੈ ਕਿ ਅਸੀਂ ਬੱਚਿਆਂ ਸਾਹਮਣੇ ਬਹੁਤ ਅਪਰੋਪਰੀਏਟਲੀ ਬਿਹੇਵ ਕਰੀਏ ਔਰ ਬਹੁਤ ਹੀ ਧਿਆਨਦਾਰ ਹੋ ਕੇ ਉਹਨਾਂ ਸਾਹਮਣੇ ਗੱਲ ਕਰੀਏ। ਬਿਲਕੁਲ ਬਿਲਕੁਲ ਭੈਣ ਜੀ, ਜਿੱਦਾਂ ਅਸੀਂ ਹੁਣ ਇੱਕ ਹੋਰ ਥਿਓਰੀ ਵੀ ਦੇਖ ਸਕਦੇ ਹਾਂ, ਇਦਾਂ ਕਿ ਜਿੱਦਾਂ ਅਸੀਂ ਬਚਪਨ ਦੇ ਵਿੱਚ ਬੱਚਿਆਂ ਨੂੰ ਕੋਈ ਵੀ ਸਟੋਰੀ ਟੈਲਿੰਗ ਕਰ ਦਾਂਗੇ ਤੇ ਉਹ ਸੁਣ ਲੈਣਗੇ ਤੇ ਸੋ ਵੀ ਜਾਣਗੇ, ਬਟ ਵੈਨ ਦੇ ਆਰ ਗਰੋਨ ਅਪ ਇੱਕ ਸਟੇਜ ਐਸੀ ਹੁੰਦੀ ਹੈ ਜਦੋਂ ਕ੍ਰਾਸ ਕੁਐਸਚਨਸ ਕਰਨੇ ਸ਼ੁਰੂ ਹੋ ਜਾਣਗੇ ਕਿ ਨਹੀਂ ਹੁਣ ਮਤਲਬ ਇਸਦਾ ਲੌਜਿਕ ਦੱਸੋ ਇਹ ਕਿਉਂ ਹੋ ਰਿਹਾ ਨਾ। ਤੇ ਜਿਹੜੇ ਬੱਚੇ ਨੇ ਉਹਨਾਂ ਦਾ ਮਾਈਂਡ ਜਿਹੜਾ ਉਹ ਪਹਿਲੇ ਨਿਆਣੇ ਹੁੰਦੇ ਨੇ, ਉਹਨਾਂ ਨੇ ਜਿਹੜਾ ਕੋਮਲ ਜਿਹਾ ਦਿਲ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਹਰ ਇੱਕ ਚੀਜ਼ ਜਿਹੜੀ ਹੈ ਉਹਨਾਂ ਦੇ ਲੌਜਿਕ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ, ਜੋ ਉਹਨਾਂ ਦੀ ਨਜ਼ਰ ਦੇ ਵਿੱਚ ਜਿਹੜਾ ਹੈ ਠੀਕ ਹੈ। ਤੇ ਪੇਰੈਂਟਸ ਦੀ ਤੇ ਬੱਚੇ ਦੀ ਜਿਹੜੀ ਸੋਚ ਹੈ ਕਾਫੀ ਡਿਫਰੈਂਟ ਹੈ, ਤੇ ਇਸ ਕਰਕੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਬੱਚੇ ਦੇ ਸਾਹਮਣੇ ਕਿਹੋ ਜਿਹੇ ਐਕਸ਼ਨਸ ਤੇ ਕਿਹੋ ਜਿਹੇ ਵਰਡਸ ਯੂਜ਼ ਕਰ ਰਹੇ ਨੇ। ਇਹ ਬਹੁਤ ਹੀ ਵੱਡੀ ਗੱਲ ਹੈ। ਤੇ ਹੁਣ ਅਸੀਂ ਜਿਹੜਾ ਆਖਰੀ ਸਵਾਲ ਤੁਹਾਡੇ ਤੋਂ ਪੁੱਛਾਂਗੇ ਕਿ ਤੁਸੀਂ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਪੇਰੈਂਟਿੰਗ ਲੈਕ ਹੁੰਦੇ ਆ ਕਿਤੇ ਵੇਖਦੇ ਹੋ ਤੇ ਉਸਦਾ ਕੀ ਨੁਕਸਾਨ ਹੋ ਸਕਦਾ ਹੈ ਸਾਡੀ ਸੋਸਾਇਟੀ ਦੇ ਵਿੱਚ? ठीक है, ਜਿਹੜੇ ਗੈਪਸ ਅਸੀਂ ਕਾਫੀ ਡਿਸਕਸ ਕੀਤੇ ਨੇ ਕਿ ਅਗਰ ਪੇਰੈਂਟਿੰਗ ਦੇ ਥਰੂ ਜਾਂ ਕੇਅਰ ਗਿਵਰਸ ਜਾਂ ਡਿਫਰੈਂਟ ਐਕਟਰਸ ਜੋ ਹੈਗੇ ਨੇ ਬੱਚੇ ਦੇ ਇਸ ਵਿੱਚ, ਜੋ ਟੀਚਰ ਹੈਗਾ, ਪੇਰੈਂਟ ਹੈਗੇ ਨੇ, ਐਕਸਟੈਂਡਡ ਫੈਮਿਲੀ ਹੈਗੀ, ਗ੍ਰੈਂਡ ਪੇਰੈਂਟਸ ਹੈਗੇ ਨੇ, ਕਿਤੇ ਵੀ ਅਗਰ ਫਾਲ ਆਊਟ ਹੋਗਾ ਤੇ ਡੈਫੀਨੇਟਲੀ ਇਹ ਪੂਰਾ ਉਹਦਾ ਅਸਰ ਬੱਚੇ ਦੀ ਗਰੋਇੰਗ ਏਜ ਵਿੱਚ ਹੋਏਗਾ। ਅਗਰ ਜੇਕਰ ਬਚਪਨ ਵਿੱਚ ਨਹੀਂ ਹੋਇਆ ਤੇ ਅਡੋਲਸੈਂਸ ਵਿੱਚ ਹੋਏਗਾ। ਜੇਕਰ ਅਸੀਂ ਆਪਣੇ ਹੀ ਰੀਜਨ ਦੀ ਗੱਲ ਕਰੀਏ, 2-3 ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਅਨਫੋਰਚੂਨੇਟਲੀ ਸੁਸਾਈਡ ਕੇਸਿਸ ਜਾਂ ਕੁਝ ਐਸੀ ਕੰਡੀਸ਼ਨਸ ਨਾਲ ਬੱਚੇ ਆ ਰਹੇ ਨੇ, ਆਲਦੋ ਰਿਪੋਰਟ ਨਹੀਂ ਹੁੰਦਾ ਲੇਕਿਨ ਅਨਰਿਪੋਰਟਡ ਕੇਸਿਸ ਵੀ ਬਹੁਤ ਹੈਗੇ ਨੇ, ਜਾਂ ਟੈਂਡੈਂਸੀਜ਼ ਐਸੀ ਆ ਜਾਂਦੀ ਨੇ। ਤੇ ਅਗਰ ਕਿਤੇ ਨਾ ਕਿਤੇ ਦੇਖੀਏ, ਮੋਸਟਲੀ 90% ਉਹਨਾਂ ਦਾ ਰੂਟ ਕਾਜ਼ ਚਾਈਲਡਹੁੱਡ ਟਰਾਮਾ ਵਿੱਚ ਹੀ ਹੁੰਦਾ ਹੈ।
और जरूरी नहीं कि वो विजिबल चाइल्डहुड ट्रॉमा हो या किदे ना किदे चाइल्ड अब्यूज हो या चाइल्ड निगलैक्ट हो। मैं पेरेंट्स लिए नहीं कह रही, लेकिन अज दे इस विच चाहे कितना पढ़ा लिखा माँ प्यो, बहुत ही विजिलेंट रहने की जरूरत है। और एक बच्चे नाल जो रिलेशनशिप है वो बहुत ही बैलेंस रखने की जरूरत है। जेकर ऐसा नहीं होया ते बहुत अनफॉर्चुनेटली ऐसा हो सकता है कि अगे जाके असी होर चीज़ां देखिए, साडे बच्चे होर चीज़ां विच नेगेटिव चीज़ां विच इन्वॉल्व हो सकते ने ते अपनी जिहड़ी पॉजिटिव हेल्दी लाइफ स्टाइल है या गुरु महाराज ने सानू इन्नी प्यारी सिक्खी दिती है उस तो भी दूर जा सकते ने। तो ये सारा ऑल टुगेदर एक सारा कलैक्टिवली असी देखना है कि असी किस तरह कॉन्ट्रीब्यूट कर सकते हैं। पेरेंट्स नू मैं एक ही चीज़ कहांगी कि जो इन पर्सनल तुसी बड़ी प्यारी गल कीती कि स्टोरी टेलिंग दी, अक्सर स्टोरी टेलिंग बेड टाइम स्टोरी टेलिंग होंदी सी, फिर चाहे असी गुरु महाराज दी कोई कहानी सुनी या कोई और फैंटेसी वाली कहानी सुनी। देखो स्टोरी टेलिंग इज ए मिरेकल साइंस चाइल्डहुड विच अज भी प्रूव होंदा है, क्योंकि स्टोरी टेलिंग अज दी डेट विच साडे इस विच ते एक एप्रोप्रिएट फैंसी एंड होंदा सी, ऐसा हो गया। आज जो स्टोरी टेलिंग विच कहंदे ने कि तुहाडा एंड तुहाडे तक है एंड नंबर ऑफ पॉसिबिलिटीज इन, ताकि बच्चा ब्रेनस्टॉर्म कर सके उस चीज नू। और बचपन दी ओ जिहड़ी ब्रेनस्टॉर्मिंग है, क्योंकि बचपन दे जो 3 साल 7 तो 8 साल ने जो सारे साडे न्यूरल कनैक्शंस ने वो सारे कनैक्ट होंदे ने। दैट मीनस जो ओ 8 साल ने वो सारा इनपुट लै रहे हैं, वो तो बाद वो प्रोसेस करके आउटपुट ओही एडल्ट बनेगा जो असी उन्होंने दे रहे हैं। ते ऑल टुगेदर जो असी अच्छा बोआंगे वही सानू कल मिलेगा। ते पेरेंट्स लिए बहुत जरूरी है कि इन पर्सनल कि असी 4 बंदे एक कमरे च बैठ के भी स्मार्टफोन्स ते बैठे रहिए ते ओ कोई गल नहीं बनूगी। साडे सब नू एक स्क्रीन टाइम दी लिमिट बनानी पेगी और इन पर्सनल कम्युनिकेशन जो बंदियां दा ज्ञान है वो फोन नहीं दे पाएगा, वो गूगल नहीं दे पाएगा, गूगल इन्फॉर्मेशन दे पाएगा, लेकिन जो तुहाडे नाना नानी दादा दादी चाचा चाची वो सब देंगे वो कोई और नहीं दे पाएगा। एंड ऑफ कोर्स माता पिता ते है ही बहुत प्राइम केयर गिवर्स ਇਹਦੇ ਵਿੱਚ। ਬਿਲਕੁਲ ਬਿਲਕੁਲ ਭੈਣ ਜੀ, ਜਿੱਦਾਂ ਕਿ ਤੁਸੀਂ ਕਿਹਾ ਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹ ਕਾਫੀ ਓਵਰ ਥਿੰਕਿੰਗ ਦੇ ਵਿੱਚ, ਜਿੱਦਾਂ ਅਸੀਂ ਕਹਿ ਸਕਦੇ ਹਾਂ, ਜਿੱਦਾਂ ਸਾਡੀ ਏਜ ਹੋ ਗਈ ਹੈ ਨਾ, ਅਡਲਟਹੁੱਡ ਹੋ ਗਿਆ, ਜਿਹਦੇ ਵਿੱਚ ਨਾ ਬੱਚੇ ਥੋੜਾ ਟੀਨੇਜਰਸ ਥੋੜੇ ਜਿਹੇ ਭਟਕ ਜਾਂਦੇ ਨੇ ਤੇ ਥੋੜੇ ਓਵਰ ਥਿੰਕਿੰਗ ਦੇ ਰਾਹ ਨੂੰ ਟੁਰ ਜਾਂਦੇ ਨੇ। ਜੇ ਉਹ ਓਵਰ ਥਿੰਕਿੰਗ ਕਿਸੇ ਚੰਗੀ ਚੀਜ਼ ਦੇ ਵਿੱਚ ਹੋਵੇ ਤਾਂ ਚਲੋ ਫਿਰ ਤੇ ਠੀਕ ਹੈ, ਪਰ ਮਾਂ ਪਿਓ ਨੂੰ ਚਾਹੀਦਾ ਕਿ ਬੱਚੇ ਨਾਲ ਥੋੜੀ ਗੱਲਬਾਤ ਕਰਕੇ ਉਹ ਦੇਖਦੇ ਰਹਿਣ, ਕਿ ਉਸਨੂੰ ਓਬਜ਼ਰਵ ਕਰਨ, ਕਿ ਮਤਲਬ ਉਹ ਫਾਈਨ ਹੋਣਾ ਚਾਹੀਦਾ। ਬਸ ਮੇਨ ਮਤਲਬ ਜਿਹੜੀ ਉਹਨਾਂ ਦਾ ਕੰਸਰਨ ਹੋਣਾ ਚਾਹੀਦਾ ਉਹ ਪੇਰੈਂਟਿੰਗ ਦਾ, ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚਾ ਸ਼ਾਇਦ ਕਿਸੇ ਹੱਦ ਤੱਕ पेरेंट्स ਨੂੰ ਆਪਣਾ ਬੈਸਟ ਫਰੈਂਡ ਤਾਂ ਮੰਨੇਗਾ ਜੇ ਜਿਹੜੇ ਪੇਰੈਂਟਸ ਨੇ ਉਹ ਪਹਿਲਾ ਸਟੈਪ ਉਹਨੇ ਵੱਲ ਚੁੱਕਣਗੇ ਕਿ ਹਾਂ ਨਹੀਂ ਅਸੀਂ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਕੇਅਰ ਕਰਾਂਗੇ। ਨਾਟ ਕਿ ਉਹਨਾਂ ਦੇ ਬੁਰੇ ਕੰਮਾਂ ਵਿੱਚ ਵੀ ਉਹਨਾਂ ਨੂੰ ਇਨਕਰੇਜ ਕੀਤਾ ਜਾਵੇ, ਬਟ ਐਟਲੀਸਟ ਆਬਜ਼ਰਵ ਕੀਤਾ ਜਾਵੇ ਕਿ ਉਹ ਕਿਹੜੇ ਰਾਹ ਦੇ ਵੱਲ ਟੁਰ ਰਹੇ ਨੇ ਤੇ ਉਹਨਾਂ ਦੀ ਜਿਹੜੀ ਆਈਡੀਓਲੋਜੀ ਹੈ ਉਹ ਕਿਸ ਹਿਸਾਬ ਦੀ ਚੱਲ ਰਹੀ ਹੈ। ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੇਰੈਂਟਸ ਨੂੰ ਚਾਹੀਦਾ ਕਿ ਕਰਨਾ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਵਿਚਾਰ ਕੀਤੇ ਨੇ ਤੇ ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਸੰਗਤ ਹੈ ਉਸ ਇਸ ਮੈਸੇਜ ਨੂੰ ਬਹੁਤ ਹੀ ਪੋਜ਼ਿਟਿਵਲੀ ਲਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਸਨ ਭੈਣ ਜੀ ਚਿੰਤਨ ਕੌਰ ਜੀ, ਜਿਨ੍ਹਾਂ ਪਾਸੋਂ ਆਪਨੇ ਬਹੁਤ ਹੀ ਪਿਆਰੇ ਵਿਚਾਰ ਜਿਹੜੇ ਨੇ ਉਹ ਸੁਣੇ ਨੇ, ਜਿਹੜੇ ਕਿ ਬਹੁਤ ਇੰਪੋਰਟੈਂਟ ਵੀ ਨੇ ਅੱਜ ਕੱਲ੍ਹ ਦੀ ਸੁਸਾਇਟੀ ਦੇ ਵਿੱਚ। ਤੇ ਜਿਹੜੇ ਸਾਰੇ ਸਾਡੇ ਪੇਰੈਂਟਸ ਨੇ, ਸਾਡੇ ਬੱਚੇ ਨੇ, ਉਹਨਾਂ ਨੂੰ ਚਾਹੀਦਾ ਕਿ ਇਸ ਚੀਜ਼ ਨੂੰ ਸਮਝਣ ਤੇ ਸੋਚਣ। ਜਿਹੜੇ ਬੱਚੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਪੇਰੈਂਟਸ ਨੂੰ ਦੱਸਣ ਜ਼ਿਆਦਾ ਤੋਂ ਜ਼ਿਆਦਾ ਆਪਣੇ ਰਿਲੇਟਿਡ ਚੀਜ਼ਾਂ ਜਿਹੜੇ ਉਹਨਾਂ ਨੂੰ ਸੁਣ ਸਕਦੇ ਨੇ, ਜਾਂ ਕਿਸੇ ਬੜੇ ਦੇ ਨਾਲ ਗੱਲ ਕਰਨ ਜਿਹੜੇ ਵੀ ਉਹਨਾਂ ਨੂੰ ਪ੍ਰੋਬਲਮਸ ਲੱਗਦੀਆਂ ਨੇ ਲਾਈਫ ਦੇ ਵਿੱਚ ਜਾਂ ਐਜੂਕੇਸ਼ਨ ਸਿਸਟਮ ਦੇ ਵਿੱਚ, ਉਹ ਸਾਰੀਆਂ ਉਹਨੀ ਡਿਸਕਸ ਕਰਨ ਕਿਸੇ ਬੜੇ ਦੇ ਨਾਲ, ਕਿਸੇ ਸਿਆਣੇ ਬੰਦੇ ਨਾਲ, ਜਿਹੜੇ ਉਹਨਾਂ ਨੂੰ ਜਿਹੜੇ ਚੰਗੇ ਤਰੀਕੇ ਦੇ ਨਾਲ ਵਿਚਾਰ ਦੱਸ ਸਕਣ। ਤੇ ਜਿਹੜੇ ਸਾਡੇ ਪੇਰੈਂਟਸ ਨੇ ਉਹਨਾਂ ਨੂੰ ਚਾਹੀਦਾ ਕਿ ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਓਬਜ਼ਰਵ ਕਰਨ, ਦੇਖਣ ਕਿ ਉਹ ਫਿਜ਼ੀਕਲੀ ਮੈਂਟਲੀ ਫਿਟ ਹੋਣਾ ਚਾਹੀਦਾ ਹੈ। ਤੇ ਜਿਹੜੀ ਸਾਡੀ ਚਾਈਲਡ ਕੇਅਰ ਹੈ ਬਹੁਤ ਹੀ ਇੰਪੋਰਟੈਂਟ ਹੈ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਬਹੁਤ ਹੀ ਚੰਗਾ ਲੱਗਿਆ ਹੋਏਗਾ, ਤੇ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰੋ ਤੇ ਹੋਰ ਵੀ ਲੋਕਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਜਿਹੜੀ ਇਹ ਮੈਸੇਜ ਹੈ ਸਾਰਿਆਂ ਤੱਕ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।